ਇੱਕ ਤਾਂ ਹਿਸਟਰੀ ਦਾ ਕਹਿ ਲਓ, ਇੱਕ ਬਹੁਤ ਯੂ نو ਇੱਕ ਅਨਫੋਰਚੂਨੇਟ ਐਕਸੀਡੈਂਟ ਹੈ। ਐਂਡ ਮੋਰ ਓਵਰ ਐਕਸੀਡੈਂਟ ਦੇ ਨਾਲ ਨਾਲ ਇਹ ਬਹੁਤ ਸਵਾਲ ਸਾਡੀ ਇੰਡਸਟਰੀ ਤੇ ਖੜਾ ਕਰਦਾ ਹੈ। ਦੇਖੋ 200 souls have died on board। ਇਹ ਕੋਈ ਛੋਟੀ ਗੱਲ ਨਹੀਂ ਹੈ, ਇਟਸ ਅ ਬਿਗ ਥਿੰਗ। ਐਂਡ ਬੀਇੰਗ ਅ ਪਾਇਲਟ ਉਹ ਗਿਲਟ ਜਿਹੜਾ ਉਹ ਮੈਂ ਅੰਡਰਸਟੈਂਡ ਕਰ ਸਕਦੀ ਹਾਂ, ਯੂ نو। ਸੋ ਮੇਰਾ ਮੰਨਣਾ ਹੈ ਕਿ ਅਸੀਂ ਇਸ ਚੀਜ਼ ਨੂੰ ਅਗਰ ਇਵੈਲੂਏਟ ਕਰੀਏ, ਇਹਦੇ ਤੇ ਪੂਰੀ ਐਨਾਲਿਸਿਸ ਕੀਤੀ ਜਾਏ ਨਾ, ਤੇ ਸਾਨੂੰ ਬਹੁਤ ਚੀਜ਼ਾਂ ਰੈਕਟੀਫਾਈ ਕਰਨ ਦੀ ਲੋੜ ਹੈ ਅੱਜ ਸਾਡੀ ਇੰਡਸਟਰੀ ਵਿੱਚ। ਸੋ whatever happened ਬਹੁਤ ਅਨਫੋਰਚੂਨੇਟ ਹੈ। ਐਂਡ ਸਿੰਸ ਆਫਟਰਨੂਨ ਆਈ ਵਾਸ ਲਿਟਲ ਬਿਟ ਆਫ, ਤੇ ਜਦੋਂ ਮੈਨੂੰ ਸਰ ਦਾ ਕਾਲ ਆਇਆ ਕਿ ਮੈਮ ਯੂ ਹੈਵ ਟੂ ਬੀ ਔਨ ਦਾ ਕਾਲ, ਤੇ ਆਈ ਜਸਟ ਗੈਦਰਡ ਕਰੇਜ ਯੂ نو ਟੂ ਬੀ ਔਨ ਸਕਰੀਨ ਐਂਡ ਟਾਕ ਟੂ ਦ ਵਿਊਅਰਸ ਕਿ ਕੀ ਪੋਸਿਬਿਲਿਟੀਜ਼ ਹੈ ਪਾਇਲਟ ਤੇ, ਕੀ ਪ੍ਰੈਸ਼ਰ ਹੁੰਦਾ ਹੈ, ਐਂਡ ਯੂ نو what is that guilt that takes you away। बिल्कुल नेहा जी, एक तुहाडे तो भी जानकारी जानना चाहांगे क्योंकि कई चर्चा चल रही है। एक तो चर्चा ये भी चल रही है कि इंजन दे विच किसी तरह का कोई टैक्नीकल इशू सी, कोई तकनीकी खराबी सी, और एक चर्चा ये भी चल रही है कि जो जहाज़ का पिछला हिस्सा सी वो शायद इमारत दे नाल, बिल्डिंग दे नाल टकराउण करके जो हादसा है पूरा वापरिया है। किन्नी क पॉसिबिलिटी है कि अगर दो इंजन जहाज़ के दसे जाते हैं तो अगर एक जहाज़ दे विच किसी तरह का कोई टैक्नीकल इशू है तो कि क्रैश होने तो बचिया जा सकता है, या फिर की रीजनस की हो सकते हैं, वो जरूर असीं तुहाडे तो समझना चाहांगे। मैम पहला तो मैं तुहानूं ब्रीफ करांगी, सारिਆਂ ਨੂੰ इस चीज़ बारे ब्रीफ करांगी। जो मैं वीडियो देखी है ते जो मेरा लाइफ एक्सपीरियंस है फ्लाइंग का, मैं उस ਨੂੰ ਮੁੱਦੇ ਨਜ਼ਰ ਰੱਖ ਕੇ ਗੱਲ ਕਰਾਂਗੀ। जी ਦੇਖੋ ਪਹਿਲੀ ਪੋਸਿਬਿਲਿਟੀ ਸਾਡੇ ਕੋਲ ਇਹ ਹੁੰਦੀ ਹੈ ਕਿ ਦੋਨੋਂ ਇੰਜਨ ਜਿਹੜੇ ਸਾਡੇ ਨੇ ਉਹ ਸੀਜ਼ ਹੋ ਗਏ ਹੋਣੇ ਆ। ਪਹਿਲੀ ਪੋਸਿਬਿਲਿਟੀ ਕਿ ਦੇਖੋ दोनों इंजन का एक टाइम ते विदिन 30 सेकंड्स जाना इज वेरी रेयर। ठीक है, ते अगर दोनों इंजन सीज हो गए ते वो क्यों होए जी। अगर तुसी अहमदाबाद ਨੂੰ ਦੇਖੋ ਨਾ, ਅਹਿਮਦਾਬਾਦ ਇਜ਼ ਅ ਸਿਟੀ, ਜਿਹੜਾ ਰਨਵੇ ਹੈ ਅਹਿਮਦਾਬਾਦ ਦਾ ਜਿੱਥੋਂ ਟੇਕ ਆਫ ਹੋਇਆ ਹੈ ਪਾਰਟਿਕੂਲਰਲੀ, ਉੱਥੇ ਬਹੁਤ ਜ਼ਿਆਦਾ ਬਰਡ ਐਕਟੀਵਿਟੀ ਹੈ। ਠੀਕ ਹੈ, ਮੈਂ 6 ਮਹੀਨੇ ਪਹਿਲਾਂ, ਅੱਜ ਤੋਂ 6 ਮਹੀਨੇ ਪਹਿਲਾਂ ਸ਼੍ਰੀ ਪੀਐਮ ਨਰਿੰਦਰ ਮੋਦੀ ਜੀ ਨੂੰ ਰਿਕੁਐਸਟ ਕਰਨਾ ਚਾਹੁੰਦੀ ਸੀ ਕਿ ਕਾਈਂਡਲੀ ਜਿੰਨੇ ਵੀ ਰਨਵੇ ਨੇ ਉਹਨਾਂ ਤੋਂ ਜਿਹੜੇ ਹਸਪੀਟਲਸ ਨੇ, ਰਹਾਇਸ਼ੀ ਏਰੀਆ ਨੇ, ਇਹ ਪਲੀਜ਼ ਦੂਰ ਰੱਖੇ ਜਾਣ। ਹੁੰਦਾ ਕੀ ਹੈ ਜਦੋਂ ਇੰਜਨ ਤੇ ਇੱਕ ਬਰਡ ਸਟ੍ਰਾਈਕ ਹੁੰਦੀ ਹੈ ਜੀ, ਠੀਕ ਹੈ, ਅਸੀਂ ਇੱਕ ਇੰਜਨ ਨਾਲ ਟੇਕ ਆਫ ਤੇ ਕਰ ਲੈਂਦੇ ਹਾਂ, ਰਾਈਟ, ਲੇਕਿਨ ਫਿਰ ਵੀ ਰਿਸਕ ਫੈਕਟਰ ਇਨਵੋਲਵਡ ਹੈ। ਬਟ ਇਸ ਕੇਸ 'ਚ ਪੋਸਿਬਿਲਿਟੀ ਹੈ ਕਿ ਇੱਕਦਮ ਇੱਕ ਫਲੌਕ ਆਫ ਬਰਡਸ ਜਿਹੜਾ ਹੈ ਉਹ ਸਾਡੇ ਦੋਨੋਂ ਇੰਜਨਸ 'ਚ ਹਿੱਟ ਕਰ ਗਿਆ, ਤੇ ਜਿਹਦੇ ਨਾਲ ਕਿ ਵੀ ਵਰ ਆਫ ਥਰਸਟ। ਇਵਨ ਬਰਡ ਹਿੱਟ ਤੋਂ ਬਾਅਦ ਵੀ ਹੈਵ ਸਮ ਥਰਸਟ ਲੈਫਟ ਇਨ ਦ ਇੰਜਨ। ਲੇਕਿਨ ਜੋ ਵੀਡੀਓ 'ਚ ਦੇਖਣ ਨੂੰ ਸਮਝ ਵਿੱਚ ਆ ਰਿਹਾ ਹੈ ਕਿ ਉਹ ਜਿਹੜਾ ਦੋਨੋਂ ਪਾਇਲਟਸ ਦਾ ਮਾਈਂਡਸੈਟ ਹੋਣਾ ਉਸ ਟਾਈਮ ਤੇ, ਉਹ ਜਾਂ ਤਾਂ ਪੈਨਿਕ ਕਰ ਗਏ ਕਿਉਂਕਿ ਸਾਡੇ ਕੋਲ ATC ਕਾਲਸ ਵੀ ਹੈਗੀਆਂ ਸੀ ਜਿਹਦੇ 'ਚੋਂ ਕਹਿ ਰਹੇ ਸੀ ਕਿ ਥਰਸਟ ਨਹੀਂ ਮਿਲ ਰਹੀ ਹੈ। ਸੋ ਦਿਸ ਇਜ਼ ਵਨ ਰੀਜ਼ਨ। ਠੀਕ ਹੈ, ਅਹਿਮਦਾਬਾਦ ਵਿੱਚ ਜੇ ਤੁਸੀਂ ਰਨਵੇ ਦੇਖੋ, ਆਲੇ ਦੁਆਲੇ ਬਹੁਤ ਘਰ ਨੇ, ਜਿੱਥੇ ਕ੍ਰੈਸ਼ ਹੋਇਆ ਉਹ ਹਸਪੀਟਲ ਹੈ, ਉਹਦਾ ਜਿੰਨਾ ਵੀ ਵੇਸਟ ਹੁੰਦਾ ਹੈ ਉਹ ਬਰਡਸ ਨੂੰ ਅਟਰੈਕਟ ਕਰਦਾ ਹੈ। ਠੀਕ ਹੈ, ਉਹਦੇ ਨਾਲ ਇੱਕ ਸਡਨ ਸਨੈਕ ਹੋ ਸਕਦਾ ਹੈ। ਠੀਕ ਹੈ, ਇੱਕ ਹੀ ਟਾਈਮ ਤੇ ਦੋਨੋਂ ਜਿਹੜੇ ਇੰਜਨਸ ਨੇ ਸਾਈਮਲਟੇਨੀਅਸਲੀ ਸੀਜ਼ ਹੋ ਗਏ ਨੇ। ਜਿੱਥੇ ਬਰਡ ਵੋਲਿਊਮ ਜ਼ਿਆਦਾ ਹੈ ਉੱਥੇ ਸਭ ਤੋਂ ਜ਼ਿਆਦਾ ਪੋਸਿਬਿਲਿਟੀ ਇੰਜਨ ਫੇਲਿਅਰ ਦੀ ਹੁੰਦੀ ਹੈ। ਠੀਕ ਹੈ, ਬਾਕੀ ਸਾਨੂੰ ਅਗਰ ਅਸੀਂ ਟ੍ਰੇਨਿੰਗਸ ਦੀ ਗੱਲ ਕਰੀਏ, ਟ੍ਰੇਨਿੰਗ ਵਾਈਜ਼ ਸਾਨੂੰ ਬਹੁਤ ਕੁਝ ਪ੍ਰੋਸੀਜਰਸ ਜਿਹੜੇ ਨੇ ਉਹ ਬਰੀਫ ਕੀਤੇ ਜਾਂਦੇ ਨੇ, ਬਹੁਤ ਕੁਝ ਸਮਝਾਇਆ ਜਾਂਦਾ ਹੈ। ਠੀਕ ਹੈ, ਐਂਡ देयर इज लॉट ऑफ लॉजिक बिहाइंड दैट एज वेल। ਤੇ ਇਹ ਕੋਈ ਟੈਕਨੀਕਲ ਫੇਲਿਅਰ ਨਹੀਂ ਹੈ, ਸਮਥਿੰਗ ਬਿਗ ਹੈਪਨਡ ਐਟ दैट वेरी मोमेंट। ਦੇਖੋ ਇਹ ਏਦਾਂ ਦੀ ਗੱਲ ਹੋ ਗਈ ਨਾ ਕਿ ਦੋ ਸਾਰੇ ਸੀ ਤੇ ਇੱਕੋ ਟਾਈਮ ਤੇ ਹਾਰਟ ਅਟੈਕ ਆ ਗਿਆ, ਇਹਦੀ ਕਿੰਨੀ ਕੁ ਪੋਸਿਬਿਲਿਟੀ ਹੈ ਜੀ? ਲੱਖ ਫਲਾਈਟਾਂ ਚੋਂ ਇੱਕ ਦੀ ਪੋਸਿਬਿਲਿਟੀ ਹੈ ਕਿ ਇਸ ਤਰ੍ਹਾਂ ਹੋਇਆ ਹੋਵੇ, ਰਾਈਟ। ਫਲਾਈਟ ਵੀ ਬਿਲਕੁਲ ਟਾਈਮ ਤੇ ਸੀਗੀ, ਐਂਡ ਲੰਡਨ ਜਿਹੜੀ ਫਲਾਈਟ ਜਾਂਦੀ ਹੈ ਆਫਟਰਨੂਨ ਇਜ਼ ਦ ਬੈਸਟ ਟਾਈਮ ਟੂ ਟੇਕ ਆਫ, ਕਿਉਂਕਿ ਤੁਸੀਂ ਲੰਡਨ ਬਾਈ ਈਵਨਿੰਗ, ਲੋਕਲ ਈਵਨਿੰਗ ਪਹੁੰਚ ਜਾਂਦੇ ਹੋ। ਠੀਕ ਹੈ, ਪ੍ਰੋਸੀਜਰਸ ਵੀ ਕਲੀਅਰ ਸੀ। ਤੇ ਜੇ ਆਪਾਂ ਕਹੀਏ ਇੱਕ ਇੰਜਨ ਫੇਲਿਅਰ ਹੈ ਤੇ 20,000 ਫੀਟ ਦੀ ਤੁਹਾਨੂੰ ਥਰਸਟ ਜਿਹੜੀ ਉਹ ਮਿਲ ਜਾਂਦੀ ਹੈ ਫਰੋਮ ਵਨ ਇੰਜਨ। ਹੁਣ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਸਾਡੇ ਲੈਂਡਿੰਗ ਗੀਅਰ ਕਿਉਂ ਨਹੀਂ ਅਪ ਸੀਗੇ, ਰਾਈਟ। ਤੁਹਾਡੇ ਕੋਲ ਪੋਜ਼ਿਟਿਵ ਰੇਟ ਆਫ ਕਲਾਈਮ ਹੈ, ਤੇ ਜੇ ਅਸੀਂ ਕਹੀਏ ਕਿ ਰੋਟੇਸ਼ਨ ਤੋਂ ਬਾਅਦ, ਰੋਟੇਸ਼ਨ ਹੁੰਦਾ ਜਦੋਂ ਤੁਸੀਂ ਗਰਾਊਂਡ ਤੋਂ ਆਪਣਾ ਨੋਜ਼ ਟੇਕ ਆਫ ਕਰਦੇ ਹੋ, ਉਹ ਰੋਟੇਸ਼ਨ ਦੇ 10 ਸੈਕਿੰਡ ਤੋਂ ਬਾਅਦ ਟੈਕਨੀਕਲੀ ਸਾਡਾ ਜਿਹੜਾ ਗੇਅਰ ਅਪ ਹੈ ਹੋ ਜਾਂਦਾ ਹੈ। ਤੇ ਉਹਨਾਂ ਨੇ ਗੇਅਰ ਅਪ ਨਹੀਂ ਕੀਤਾ ਹੋਇਆ ਸੀਗਾ, ਤੇ ਉਹੀ ਪੋਸਿਬਿਲਿਟੀ ਹੈ ਕਿ ਵੈਨ ਦੇ ਗॉट 에ਅਰਬੋਰਨ ਤੇ देयर ਮਾਈਟ ਬੀ ਸਡਨ ਫਲੌਕ ਆਫ ਬਰਡਸ।
ਤੇ 30 seconds एंड एक्सीडेंट फिनिश्ड। हम्म। नाउ दूसरी पॉसिबिलिटी, एक और पॉसिबिलिटी है जो कि मेरे नाल पर्सनली हुई है ऑन बोइंग 737। ओके। ਹੁੰਦਾ ਕੀ ਹੈ ਕਿ ਜਦੋਂ ਇੱਕ ਇੰਜਨ ਫੇਲ ਹੋ ਜਾਂਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੂਸਰਾ ਇੰਜਨ ਜਿਹੜਾ ਉਹ ਸਿਕਿਉਰ ਕਰ ਲਈਏ, ਰਾਈਟ। ਤੇ ਜਦੋਂ ਆਪਾਂ ਦੂਸਰਾ ਇੰਜਨ ਸਿਕਿਉਰ ਕਰਨ ਤੋਂ ਬਾਅਦ ਅਸੀਂ ਮੇਡੇ ਕਾਲ ਜਿਹੜੀ ਆ ਡਿਕਲੇਅਰ ਕਰਦੇ ਹਾਂ, ਰਾਈਟ। ਤੇ ਜੇ ਮੰਨ ਲਓ ਇੰਜਨ ਵੀ ਫਾਇਰ ਤੇ ਹੈ, ਸਾਡੇ ਕੋਲ ਲਾਈਕ ਵੀ ਸਟਿਲ ਹੈਵ ਥਰਸਟ, ਠੀਕ ਹੈ। ਆਈਡਲ ਪਾਵਰ ਖਤਮ ਹੋ ਜਾਏ, ਸਟਾਲ ਕਰੇਗਾ, ਇੰਜਨ ਸੀਜ਼ ਹੋ ਗਿਆ, ਠੀਕ ਹੈ। ਲੌਜਿਕ ਤੇ ਇਹੀ ਨਿਕਲਦਾ ਹੈ। ਹੁਣ ਜਦੋਂ ਦਾ ਟਾਟਾ ਨੇ 에ਅਰ ਇੰਡੀਆ ਨੂੰ ਟੇਕ ਆਫ ਕੀਤਾ ਹੈ, a lot of safety has increased up to the mark, but ਜਿਹੜੀ ਰਨਵੇ ਸਰਾਊਂਡਿੰਗਸ ਨੇ ਸਾਡੀ ਅਹਿਮਦਾਬਾਦ ਦੀਆਂ, they are not efficient, ਠੀਕ ਹੈ। ਇਸ ਐਕਸੀਡੈਂਟ ਦੇ ਪਿੱਛੇ ਸਾਡਾ ਜਿਹੜਾ ਪੂਰਾ ਇਕੋਸਿਸਟਮ ਹੈ, ਪੂਰੀ ਮੈਨੇਜਮੈਂਟ ਹੈ, ਸਾਡੀ ਗਵਰਨਮੈਂਟ ਹੈ, ਸਾਡੀ ਅਥਾਰਟੀਜ਼ ਨੇ, ਸਾਰਿਆਂ ਤੇ ਸਵਾਲ ਉੱਠਦਾ ਹੈ ਕਿ ਇਸ ਚੀਜ਼ ਨੂੰ ਮੱਦੇਨਜ਼ਰ ਕਿਉਂ ਨਹੀਂ ਰੱਖਿਆ ਜਾਂਦਾ। ਜਿਹੜੀ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਹੈ ਸਾਡੀ, ਉਹ ਵੀ ਇਸ ਚੀਜ਼ ਨੂੰ ਕਹਿ ਚੁੱਕੀ ਹੈ ਕਿ 90% ਜਿਹੜੇ ਐਕਸੀਡੈਂਟਸ ਨੇ, ਠੀਕ ਹੈ, ਉਹ ਬਰਡਸ ਨਾਲ ਬਿਲਕੁਲ ਪੋਸੀਬਲ ਨੇ ਜੀ। ਤੇ ਅਸੀਂ ਇਸ ਚੀਜ਼ ਨੂੰ ਕਿਉਂ ਨਹੀਂ ਐਜ਼ ਅ ਸੇਫਟੀ ਮਾਰਕ ਲੈ ਕੇ ਚੱਲਦੇ। ਹੁਣ ਨਾਲ ਤੁਸੀਂ ਦੇਖੋ ਹਸਪੀਟਲ ਹੈ ਜਿੱਥੇ ਕ੍ਰੈਸ਼ ਹੋਇਆ, ਟਰੈਸ਼ ਹੁੰਦਾ, ਐਦਾਂ ਦਾ ਟਰੈਸ਼ ਬਰਡਸ ਨੂੰ ਬਹੁਤ ਈਜ਼ੀਲੀ ਅਟਰੈਕਟ ਕਰ ਲੈਂਦਾ, ਰਾਈਟ। ਦੂਸਰੀ ਇੱਕ ਹੋਰ ਚੀਜ਼ ਹੈ, ਸਾਡੇ ਰਨਵੇਜ਼ ਤੇ ਨਾ ਇੱਕ ਕਲੀਅਰ ਵੇ ਹੁੰਦਾ ਹੈ। ਇੰਡੀਆ ਵਿੱਚ ਕਲੀਅਰ ਵੇ ਮੈਂਡੇਟਰੀ, ਆਈ ਡੋਂਟ ਨੋ ਕਿਉਂ ਨਹੀਂ ਹੈ, ਇਟ ਸ਼ੁਡ ਬੀ ਮੈਂਡੇਟਰੀ, ਠੀਕ ਹੈ। ਇਹ ਬਹੁਤ ਜ਼ਿਆਦਾ ਜੋ ਵੀ ਹੋਇਆ, ਦਿਸ ਇਜ਼ ਟੂ ਮਚ। ਹੁਣ ਮੈਂ ਤੁਹਾਨੂੰ ਦੂਸਰੀ ਪੋਸਿਬਿਲਿਟੀ ਸਮਝਾਉਣੀ ਹੈ, ਜੋ ਸੈਕਿੰਡ ਟੈਕਨੀਕਲ ਰੀਜ਼ਨ ਹੋ ਸਕਦਾ ਹੈ। ਦੇਖੋ ਬੋਇੰਗ 787 ਤੇ 55 ਟਨ ਜਿਹੜਾ ਫਿਊਲ ਹੁੰਦਾ ਹੈ ਜੀ, ਤੇ ਜਿਹੜਾ 에ਅਰਕ੍ਰਾਫਟ ਦਾ ਟੋਟਲ ਟੇਕ ਆਫ ਮਾਸ ਹੈ, ਜਿਹੜੇ ਅਸੀਂ ਕਹਿ ਲਓ ਕਿ ਮਾਸ ਤੇ ਉਹਨੂੰ 에ਅਰਬੋਰਨ ਕਰ ਸਕਦੇ ਆ, ਉਹ ਲਾਸਟ ਹੈ 227 ਟਨ। ਜਿਹੜਾ ਇਹ 787 ਅਹਿਮਦਾਬਾਦ ਤੋਂ ਟੇਕ ਆਫ ਹੋਇਆ, ਇਟ ਵਾਸ ਔਨ 227 ਟਨ ਇਫ ਆਈ ਐਮ ਨਾਟ ਰੋਂਗ, ਠੀਕ ਹੈ। ਅਸੀਂ ਜੇ ਕਹੀਏ ਇੱਕ ਇੰਜਨ 'ਚ ਪਾਵਰ ਲੌਸਟ ਹੋਈ, ਠੀਕ ਹੈ, ਉਹਨਾਂ ਨੇ ਏਟੀਸੀ ਨੂੰ ਡਿਕਲੇਅਰ ਕਰਤਾ ਥਰਸਟ ਨਹੀਂ ਆ ਰਹੀ, ਥਰਸਟ ਨਹੀਂ ਆ ਰਹੀ, ਟੈਂਪਰੇਚਰ ਵਾਸ 37 ਡਿਗਰੀ ਸੈਲਸੀਅਸ, ਗੇਅਰ ਵਾਸ ਡਾਊਨ, ਕਲਾਈਮ ਕਿੱਥੋਂ ਹੋਣਾ ਸੀ? ਵੇਟ ਇੰਨਾ ਜ਼ਿਆਦਾ ਸੀ, ਇਸ ਤਰ੍ਹਾਂ ਦੇ ਟਾਈਮ ਤੇ ਜਿਹੜਾ ਕਲਾਈਮ ਹੈ ਦੈਟ ਇਜ਼ ਵੈਰੀ 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 ਹਾਰਡ, ਜੀ, ਠੀਕ ਹੈ। ਤੇ ਪੋਸਿਬਿਲਿਟੀ ਇਹ ਵੀ ਹੈ ਕਿ ਇੱਕ ਇੰਜਨ ਫੇਲਿਅਰ ਹੋ ਗਿਆ ਹੋਵੇ ਤੇ ਐਟ ਦ ਸੇਮ ਟਾਈਮ ਪਾਇਲਟਸ ਮਾਈਟ ਹੈਵ ਪੈਨਿਕਡ ਕਿ ਕੀ ਕੀਤਾ ਜਾਏ, ਰਾਈਟ, ਕਿਉਂਕਿ ਬਹੁਤ ਸ਼ਾਰਟ ਟਾਈਮ ਪੀਰੀਅਡ ਹੁੰਦਾ ਹੈ। ਜਦੋਂ ਅਸੀਂ ਕਲਾਈਮ ਕਰਦੇ ਹਾਂ 400 ਫੀਟ ਤੱਕ, ਠੀਕ ਹੈ, ਉਦੋਂ ਤੱਕ ਮਤਲਬ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਏਟੀਸੀ ਨੂੰ ਕਾਲ ਨਾ ਕੀਤੀ ਜਾਏ, ਠੀਕ ਹੈ। ਤੇ ਐਂਡ ਆਈ ਹੋਪ ਕਿ ਉਹ 400 ਫੀਟ ਦੇ ਲਾਗੇ ਹੀ ਜਿਹੜਾ ਹੈ ਏਟੀਸੀ ਨੂੰ ਕੰਟੈਕਟ ਕੀਤਾ ਗਿਆ ਹੈ ਤੇ ਉਹ ਜਿਹੜਾ ਟਾਈਮ ਪੀਰੀਅਡ ਅਸੀਂ ਲੈਂਦੇ ਹਾਂ ਤਾਂ ਕਿ ਅਸੀਂ ਜੋ ਵੀ ਹੈ ਇਹਨੂੰ ਮੈਨੇਜ ਕਰ ਸਕੀਏ ਔਨ ਆਰ ਓਨ। ਤੇ this is what I feel, there are two reasons what might have happened in Ahmedabad today. ਬਿਲਕੁਲ ਨੇਹਾ ਜੀ, ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਸਮਝਣਾ ਚਾਹਾਂਗੀ ਕਿ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ, ਜਿਵੇਂ ਕਿ ਤੁਸੀਂ ਇੰਜਨ ਦਾ ਵੀ ਜ਼ਿਕਰ ਕੀਤਾ ਕਿ ਅਗਰ ਇੰਜਨ ਇੱਕ ਪ੍ਰੋਬਲਮ ਇੰਜਨ ਦੇ ਵਿੱਚ ਆ ਜਾਵੇ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਦੂਜੇ ਵਾਲਾ ਇੰਜਨ ਹੈ ਅਸੀਂ ਉਸ ਨੂੰ ਕਿਸੇ ਤਰ੍ਹਾਂ ਸਿਕਿਉਰ ਕਰ ਸਕੀਏ, ਪਰ ਕੀ ਪੋਸੀਬਿਲਿਟੀ ਹੈ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਤੇ ਪਾਇਲਟ ਕਿਵੇਂ ਇਸ ਕ੍ਰੈਸ਼ ਹੋਣ ਨੂੰ, ਕੋਈ ਜਹਾਜ਼ ਅਗਰ ਕ੍ਰੈਸ਼ ਹੋਣ ਦੀ ਸੰਭਾਵਨਾ ਲੱਗ ਰਹੀ ਹੈ ਤੇ ਉਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ? ਮੈਮ ਜਦੋਂ ਇੱਕ ਇੰਜਨ ਫੇਲਿਅਰ ਹੁੰਦਾ ਹੈ ਨਾ ਤੇ ਅਸੀਂ ਉਸ ਜਿਹੜਾ ਸੈਕਿੰਡ ਇੰਜਨ ਹੈ ਉਸ ਨੂੰ ਸਿਕਿਉਰ ਕਰਦੇ ਹਾਂ। ਸਿਕਿਉਰ ਕਰਨ ਤੋਂ ਬਾਅਦ ਅਸੀਂ ਮੇਡੇ ਕਾਲ, ਜਿਹਨੂੰ ਅਸੀਂ ਆਪਣੀ ਡਿਸਟ੍ਰੈਸ ਕਾਲ ਕਹਿੰਦੇ ਹਾਂ, ਉਹ ਡਿਕਲੇਅਰ ਕਰਦੇ ਹਾਂ, ਠੀਕ ਹੈ। ਤੇ ਸਿੰਗਲ ਇੰਜਨ ਤੇ ਅਗਰ ਮੰਨ ਲਓ ਦੋ ਇੰਜਨਸ ਨੇ 에ਅਰਕ੍ਰਾਫਟ ਤੇ ਸਿੰਗਲ ਇੰਜਨ 'ਚ ਇੰਨੀ ਪਾਵਰ ਹੁੰਦੀ ਹੈ ਕਿ ਤੁਹਾਨੂੰ 20,000 ਫੀਟ ਤੱਕ ਲੈ ਜਾਏ, ਠੀਕ ਹੈ। ਇੱਕ ਮੈਂ ਆਪਣਾ ਇੱਕ ਪਰਸਨਲ ਇੰਸੀਡੈਂਸ ਦੱਸਾਂਗੀ। ਬੈਂਗਲੌਰ ਤੋਂ ਚੰਡੀਗੜ੍ਹ ਦੀ ਫਲਾਈਟ ਸੀਗੀ ਤੇ ਬਰਡ ਹਿੱਟ ਕਰ ਗਿਆ, ਲਾਈਕ ਵੀ ਹਰਡ ਕਿ ਦੇयर इज अ बैंग, ਸਿੱਧੀ ਜਿਹੜੀ ਗੱਲ ਦੱਸਾਂ ਸਾਨੂੰ ਹਿੱਟ ਫੀਲ ਹੋਇਆ ਐਂਡ ਬਟ ਵੀ ਡਿਸਾਈਡਡ that we'll carry on because we checked the parameters, everything was fine, सब कुछ ठीक ਸੀਗਾ। हाँ, thrust was little bit less लेकिन we decided to continue। देखो birds are like drones, ਤੇ drones ਵਾਂਗ ਕੰਮ ਕਰਦੇ ਨੇ ਤੇ ਅਸੀਂ ਜਦੋਂ ਚੰਡੀਗੜ੍ਹ ਪਹੁੰਚੇ ਦੈਨ ਵੀ ਸੌ ਕਿ ਉਸ ਇੱਕ ਕੱਲੇ ਬਰਡ ਨੇ, ਇਟ ਵਾਸ ਅ ਬਿਗ ਬਰਡ, ਉਹਨੇ ਜਿਹੜਾ ਫਰੰਟ ਦਾ ਰੈਡੋਮ ਏਰੀਆ ਹੁੰਦਾ, ਜਿਹੜਾ ਸਾਡਾ ਨੋਜ਼ ਏਰੀਆ ਹੁੰਦਾ 에ਅਰਕ੍ਰਾਫਟ ਦਾ, ਉੱਥੇ ਅਪਰੋਕਸੀਮੇਟਲੀ 35 ਇੰਚ ਜਿਹੜਾ ਸਕ੍ਰੈਚ ਐਂਡ 3 ਇੰਚ ਇਨਸਾਈਡ ਜਿਹੜੀ ਸ਼ੀਟ ਹੁੰਦੀ ਹੈ, ਇਟ ਵਾਸ 3 ਇੰਚ ਇਨਸਾਈਡ। ਸੋ it lot depends on your decision making and it lot depends on
what things are at risk, ਕੁਝ ਬਹੁਤ ਸਾਰੀਆਂ ਕੈਲਕੂਲੇਸ਼ਨਸ ਹੁੰਦੀਆਂ ਨੇ, ਸਾਨੂੰ ਸਾਰੇ ਸੇਫਟੀ ਪੈਰਾਮੀਟਰ ਸਮਝਾਏ ਜਾਂਦੇ ਨੇ, ਬਰੀਫਿੰਗ ਕੀਤੀ ਜਾਂਦੀ ਹੈ ਅਬਾਊਟ ਬਰਡ ਸਟ੍ਰਾਈਕ ਤੇ ਐਂਡ ਮੋਰ ਓਵਰ ਕੈਪਟਨ ਸੁਮਿਤ ਹੀ ਵਾਸ very very experienced pilot, and there is no question about it, but still there are certain questions to be raised on management, government authorities, I would say again. ਯਾਨੀ ਕਿ ਸਿੱਧੇ ਤੌਰ ਤੇ ਤੁਸੀਂ ਮੈਨੇਜਮੈਂਟ ਦਾ ਹੀ ਕਹਿ ਰਹੇ ਹੋ ਕਿ ਮੈਨੇਜਮੈਂਟ ਠੀਕ ਨਹੀਂ ਹੈ, ਤਾਂ ਉਸ ਦੇ ਪਿੱਛੇ ਇੱਕ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਕੋਈ ਰਨਵੇ ਬਣਾਉਣਾ ਹੈ ਤਾਂ ਉਸ ਨੂੰ ਇੱਕ, ਜਿਵੇਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ, ਕਿ ਇੱਕ ਖੁੱਲੀ ਥਾਂ ਤੇ ਹੋਣਾ ਚਾਹੀਦਾ, ਆਸ-ਪਾਸ ਜਿਹੜਾ ਰਿਹਾਇਸ਼ੀ ਇਲਾਕਾ ਨਹੀਂ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਮੈਮ, ਇਹ ਤਾਂ ਪਹਿਲਾ ਰੂਲ ਹੈ। ਠੀਕ ਹੈ ਜੀ, ਸਾਨੂੰ ਪਤਾ ਹੈ ਕਿ ਅਸੀਂ ਇੱਕ ਕ੍ਰਿਟੀਕਲ, ਦੇਖੋ ਯੂ ਆਰ ਟੇਕਿੰਗ ਰਿਸਕ ਆਫ 300 ਲਾਈਵਸ ਔਨ ਬੋਰਡ ਜੀ, 300 ਜਾਨਾਂ ਤੁਹਾਡੇ ਹੱਥ 'ਚ ਨੇ, ਤੁਸੀਂ ਇੰਨੀ ਵੱਡੀ ਚੀਜ਼ ਨਾਲ ਕਿੱਦਾਂ ਰਿਸਕ ਲੈ ਸਕਦੇ ਹੋ? ਠੀਕ ਹੈ, ਐਂਡ ਅਹਿਮਦਾਬਾਦ ਵਿੱਚ ਤੁਹਾਨੂੰ ਜੇ ਪਤਾ ਹੋਵੇ ਤੇ ਬਰਡ ਸੈਂਚੁਰੀਜ਼ ਵੀ ਹੈਗੀਆਂ ਨੇ ਜੀ, ਤੇ ਉਤੋਂ ਜਿੱਦਾਂ ਅੱਜ ਐਕਸੀਡੈਂਟ ਹੋਇਆ, ਆਈ ਸੌ ਦ ਪਲੇਨ ਕ੍ਰੈਸ਼ ਔਨ ਅ ਹਸਪੀਟਲ, ਤੇ ਬਰਡਸ ਹੋਣਾ ਲਾਜ਼ਮੀ ਹੈ, ਕਿਉਂਕਿ ਬਰਡਸ ਜਿੱਥੇ ਟ੍ਰੈਸ਼ ਹੋਏਗਾ ਉੱਥੇ ਬਰਡਸ ਵਿਲ ਬੀ ਅਟਰੈਕਟਡ। ਤਾਂ ਸਾਨੂੰ ਇਹ ਛੋਟੀ ਛੋਟੀਆਂ ਜਿਹੜੀਆਂ ਕਹਿ ਲਓ ਕਿ ਅਣਗਹਿਲੀਆਂ ਨੇ, ਸਾਡੀਆਂ ਨੈਗਲੀਜੈਂਸ ਹੈ, ਇਸ ਨੂੰ ਥੋੜਾ ਧਿਆਨ ਦੇਣਾ ਪੈਣਾ। ਠੀਕ ਹੈ, ਤੁਹਾਡੇ ਹੁਣ ਤੱਕ ਦੇ ਕਰੀਅਰ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਕਿੰਨੇ ਕੁ ਕੇਸਿਸ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਸਾਹਮਣੇ ਆ ਗਏ ਕਿ ਕਿਸੇ ਬਰਡ ਦੇ ਕਰਕੇ ਇਸ ਤਰੀਕੇ ਦੇ ਨਾਲ ਕੋਈ ਹਾਦਸਾ ਜਿਹੜਾ ਹੈ ਉਹ ਵਾਪਰਿਆ ਹੋਵੇ, ਚਾਹੇ ਉਹ ਇੰਟਰਨੈਸ਼ਨਲ ਪੱਧਰ ਦੀ ਆਪਾਂ ਗੱਲ ਕਰ ਲਈਏ? ਮੈਮ ਅਗਰ ਤੇ ਮੈਂ ਆਪਣੀ ਗੱਲ ਕਰਾਂ, ਮੇਰੇ ਹੁੰਦਿਆਂ ਮੈਂ 3 ਜਿਹੜੇ ਬਰਡ ਸਟ੍ਰਾਈਕ ਨੇ ਉਹ ਐਕਸੀਡੈਂਟਸ ਦੇਖੇ ਨੇ, ਐਂਡ ਜੇ ਮੈਂ ਆਪਣੇ ਸਰਕਲ ਦੀ ਗੱਲ ਕਰਾਂ, ਹਰ ਇੱਕ ਪਾਇਲਟ ਕੋਲ ਆਪਣੀ ਸਟੋਰੀ ਹੈ ਟੂ ਟੈਲ ਅਬਾਊਟ ਬਰਡ ਸਟ੍ਰਾਈਕ, ਟੂ ਬੀ ਓਨੈਸਟ। ਹਰ ਇੱਕ ਪਾਇਲਟ ਕੋਲ ਜੋ ਯੂ نو ਐਟ ਸਰਟਨ ਆਲਟੀਟਿਊਡ ਫਲਾਈ ਕਰ ਰਿਹਾ, ਹਰ ਕਿਸੇ ਕੋਲ ਆਪਣੀ ਸਟੋਰੀ ਹੈ ਟੂ ਟੈਲ ਕਿ ਇਹ ਬਰਡ ਸਟ੍ਰਾਈਕ ਹੈ, ਹਾਊ ਮਚ ਕ੍ਰਿਟੀਕਲ ਇਟ ਇਜ਼। ਬਿਲਕੁਲ, ਇੱਕ ਮੈਮ ਹੋਰ ਮੈਂ ਸਵਾਲ ਜਾਣਨਾ ਚਾਹੁੰਦੀ ਸੀ, ਕਿਉਂਕਿ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੈ, ਜਦੋਂ ਇਹ ਪਲੇਨ ਜਿਹੜਾ ਕ੍ਰੈਸ਼ ਹੋਇਆ ਤਾਂ ਉਹਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਪੈਸੇਂਜਰ ਬੈਠਾ ਸੀ, ਉਸਨੇ ਬਕਾਇਦਾ ਇੱਕ ਵੀਡੀਓ ਬਣਾਈ ਹੈ ਔਰ ਉਸਨੇ ਦੱਸਿਆ ਕਿ ਏਸੀ ਕੰਮ ਨਹੀਂ ਕਰ ਰਿਹਾ ਜਾਂ ਫਿਰ ਸਕਰੀਨ ਕੰਮ ਨਹੀਂ ਕਰ ਰਹੀ, ਬਹੁਤ ਜ਼ਿਆਦੀਆਂ ਖਾਮੀਆਂ ਜਿਹੜੀਆਂ ਨੇ ਉਹ ਜਹਾਜ਼ ਦੇ ਵਿੱਚ ਦੱਸੀਆਂ ਗਈਆਂ ਨੇ। ਕਿ ਇਸ ਦੇ ਕਰਕੇ ਵੀ ਕੋਈ ਸੰਭਾਵਨਾ ਜਿਹੜੀ ਉਹ ਕਿਤੇ ਨਾ ਕਿਤੇ ਰਹਿੰਦੀ ਹੈ, ਕੋਈ ਹੈ ਇਸ ਦਾ ਲਿੰਕ ਕ੍ਰੈਸ਼ ਹੋਣ ਦੇ ਨਾਲ? ਮੈਮ ਬਿਲਕੁਲ ਹੈ, ਦੇਖੋ ਸਾਨੂੰ ਸਾਡੇ ਜਿਹੜੇ 에ਅਰਕ੍ਰਾਫਟ ਦੇ ਬਹੁਤ ਸਾਰੇ ਫੰਕਸ਼ਨਸ ਜਿਹੜੇ ਨੇ ਸਾਡੇ 에ਅਰਕ੍ਰਾਫਟ ਦੇ ਇੰਜਨ ਤੇ ਡਿਪੈਂਡ ਕਰਦੇ ਨੇ। ਠੀਕ ਹੈ, ਤੇ ਉਹਨਾਂ ਵਿੱਚ ਜਿਸ ਤਰ੍ਹਾਂ 에ਅਰ ਕੰਡੀਸ਼ਨਿੰਗ ਹੈ ਜੀ, ਠੀਕ ਹੈ, ਇਟ ਇਨਡਾਇਰੈਕਟਲੀ ਡਿਪੈਂਡਸ ਔਨ ਯੋਰ ਇੰਜਨ। ਤੇ ਜੇ देयर इज ਸਮ ਫਾਲਟ ਵਿਦ ਇੰਜਨ, ਤੇ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਤੁਹਾਡੇ ਜਿਹੜੇ ਰੈਗੂਲਰ ਯੂ نو ਥਿੰਗਸ ਨੇ ਇਨਸਾਈਡ 에ਅਰਕ੍ਰਾਫਟ, ਜਿਹੜੇ ਰੈਗੂਲਰ ਸਿਸਟਮਸ ਨੇ 에ਅਰਕ੍ਰਾਫਟ ਦੇ, ਉਹ ਇੰਪੈਕਟ ਹੋਣਗੇ ਹੋਣਗੇ, देयर इज नो डाउट इन दैट। मतलब एक वजह ਅਸੀਂ ਜੀ ਵਜ੍ਹਾ ਮੰਨ ਸਕਦੇ ਹਾਂ ਕਿ ਅਗਰ ਜਹਾਜ਼ ਦੇ ਵਿੱਚ ਕੋਈ ਖਾਮੀਆਂ ਨੇ ਕਿਸੇ ਤਰ੍ਹਾਂ ਦੀਆਂ, ਚਾਹੇ ਉਹ ਏਸੀ ਨੂੰ ਲੈ ਕੇ ਹੋਵੇ ਜਾਂ ਸਕਰੀਨ ਨੂੰ ਲੈ ਕੇ ਜਾਂ ਫਿਰ ਕੋਈ ਹੋਰ ਜਿਹੜੀਆਂ ਖਾਮੀਆਂ ਗਿਣਾਈਆਂ ਜਾ ਰਹੀਆਂ ਸੀ ਉਸ ਯਾਤਰੀ ਦੇ ਵੱਲੋਂ, ਉਹ ਇੱਕ ਸੰਭਾਵਨਾ ਹੋ ਸਕਦੀ, ਪੋਸੀਬਿਲਿਟੀ ਹੈ। ਬਿਲਕੁਲ ਬਿਲकुल ਮੈਮ, ਬਿਲकुल ਠੀਕ ਹੈ ਜੀ। ਔਰ ਮੈਮ ਇੱਕ ਚੀਜ਼ ਹੋਰ ਕਿ ਅਗਰ ਇਸ ਤਰ੍ਹਾਂ ਦੀ, ਕਿਉਂਕਿ ਆਪਾਂ ਪਹਿਲਾਂ ਵੀ ਲਗਾਤਾਰ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਦੀ ਅਗਰ ਸਿਚੁਏਸ਼ਨ ਬਣ ਜਾਵੇ ਤਾਂ ਕਿੰਨੇ ਕੁ ਚਾਂਸਿਸ ਜਿਹੜੇ ਰਹਿੰਦੇ ਨੇ, ਇੱਥੇ ਮੈਂ ਵੀ ਜਾਣਨਾ ਚਾਹੂੰਗੀ ਕਿ ਪਾਇਲਟ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਨੂੰ ਐਮਰਜੈਂਸੀ ਲੈਂਡਿੰਗ ਦੀ ਆਪਾਂ ਅਗਰ ਗੱਲ ਕਰ ਲਈਏ ਜਾਂ ਫਿਰ ਕਿਸੇ ਪ੍ਰੋਬਲਮ ਦੇ ਵਿੱਚ ਨੇ, ਉਹ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਹੁੰਦੀਆਂ ਨੇ ਜਾਂ ਉਹ ਕਿਵੇਂ ਕਨਵੇ ਜਿਹੜਾ ਕੀਤਾ ਜਾਂਦਾ ਹੈ? ਮੈਮ ਸਾਡੇ ਕੋਲ ਜਦੋਂ ਤਾਂ ਅਸੀਂ ਦੇਖੋ ਹਰ ਜਿਹੜੀ ਸਾਡੀ ਪ੍ਰੋਫਾਈਲ ਹੁੰਦੀ ਹੈ ਨਾ ਟੇਕ ਆਫ ਦੀ ਤੇ ਲੈਂਡਿੰਗ ਦੀ, ਇੱਕ ਪੂਰੀ ਦੀ ਪੂਰੀ ਪ੍ਰੋਫਾਈਲ ਹੈ। ਲਾਈਕ ਤੁਸੀਂ ਪਹਿਲੇ ਕਿੰਨੇ ਫੀਟ ਕ੍ਰਾਸ ਕਰੋਗੇ ਹਾਈਟ, ਫਿਰ ਕਿੰਨੇ ਫੀਟ ਤੇ ਜਾਓਗੇ, ਤੁਹਾਡਾ ਰੇਟ ਆਫ ਕਲਾਈਮ ਕੀ ਰਹੇਗਾ, ਤੇ ਜਿਹੜੀ ਅਸੀਂ ATC ਨੂੰ ਅਗਰ ਐਮਰਜੈਂਸੀ ਕਾਲ ਕਰਦੇ ਹਾਂ ਉਹ ਜਨਰਲੀ ਹੁੰਦੀ ਹੈ 400 ਫੀਟ ਤੋਂ ਬਾਅਦ। ਅਸੀਂ 400 ਫੀਟ ਤੱਕ ਜਿਹੜਾ ATC ਨੂੰ ਕਾਲ ਨਹੀਂ ਕਰਦੇ, ਬਿਕੋਜ਼ ਉਹ ਸਭ ਤੋਂ ਕ੍ਰਿਟੀਕਲ ਟਾਈਮ ਹੈ ਸਾਡਾ ਟੇਕ ਆਫ ਦਾ ਜੀ। ਠੀਕ ਹੈ, ਤੇ ਜੇ ਇਨ ਕੇਸ ਸਮਥਿੰਗ ਗੋਜ਼ ਰੋਂਗ ਤੇ ਸਾਡੇ ਕੋਲ ਐਮਰਜੈਂਸੀ ਫ੍ਰੀਕੁਐਂਸੀਜ਼ ਹੁੰਦੀਆਂ ਨੇ ਜਿਹਦੇ ਨਾਲ ਅਸੀਂ ATC ਨਾਲ ਗੱਲ ਕਰ ਸਕਦੇ ਹਾਂ ਜੀ। ਠੀਕ ਹੈ, ਤੇ ਉਹ ਪੂਰਾ ਸਿਸਟਮ ਹੈ, ਉਹਦੇ ਤੇ ਕੋਈ ਸ਼ੱਕ ਨਹੀਂ ਹੈ। ਇਟ ਇਜ਼ ਐਫੀਸ਼ੀਐਂਟ, ਇਟ ਇਜ਼ ਯੈਸ देयर ਨੀਡ ਟੂ ਬੀ ਸਮ ਅਮੈਂਡਮੈਂਟਸ। ਜਿਸ ਤਰ੍ਹਾਂ ਤੁਸੀਂ ਸ਼ਾਇਦ ਸੁਣਿਆ ਹੋਣਾ, ਪਿੱਛੇ ਇੱਕ ਐਕਸੀਡੈਂਟ ਹੋਇਆ ਸੀ, ਮਿਡ 에ਅਰ ਕੋਲੀਜਨ ਇਨ US ਜੀ। ਬਿਲਕੁਲ, ਦੇਖੋ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ, ਉਹਨਾਂ ਨੇ ਇੰਨੀ ਕੁ ਜ਼ਿਆਦਾ ਜਿਹੜੀਆਂ ਮੀਟਿੰਗਸ ਕੀਤੀਆਂ, ਕੱਲ ਵੀ ਉਹਨਾਂ ਦੀ ਮੀਟਿੰਗ ਸੀਗੀ,
ਆਫਟਰ ਸਮ ਡੇਜ਼ ਦੇ ਗੋਣਾ ਕੰਡਕਟ ਅਨਦਰ ਮੀਟਿੰਗ ਵਿਦ ਫਾ, ਤੇ ਉਹ ਆਪਣੇ ਜਿਹੜੇ ਸਟੈਂਡਰਡਸ ਨੇ ਉਹਨਾਂ ਨੂੰ ਇੰਨਾ ਸੀਰੀਅਸਲੀ ਲੈਂਦੇ ਨੇ, ਰਾਈਟ। ਤੇ ਇੱਥੇ ਕੀ ਹੈ, ਇੱਥੇ ਅਸੀਂ ਕਹਿ ਲਓ ਕਿ ਸੇਫਟੀ ਸਟੈਂਡਰਡ ਬਹੁਤ ਚੰਗੇ ਨੇ, ਇੰਡੀਆ ਦਾ ਸੇਫਟੀ ਰਿਕਾਰਡ ਬਹੁਤ ਅੱਛਾ ਹੈ, ਜੀ ਬਟ ਸਟਿਲ ਛੋਟੀ ਛੋਟੀ ਖਾਮੀਆਂ ਨੇ ਜਿਨ੍ਹਾਂ ਨੂੰ ਅਸੀਂ ਨਿਗਲੈਕਟ ਕਰ ਦਿੰਦੇ ਆ ਕਿ ਨਹੀਂ ਸਾਡਾ ਰਿਕਾਰਡ ਚੰਗਾ ਹੈ, ਐਂਡ ਇਟ ਵੋਂਟ ਹੈਪਨ। ਅਣਗਹਿਲੀ ਕਹਿ ਸਕਦੇ ਕਿ ਅਣਗਹਿਲੀ ਦਾ ਖਮਿਆਜਾ ਜਿਹੜਾ ਉਹ ਕਿਤੇ ਨਾ ਕਿਤੇ ਸਾਨੂੰ ਭੁਗਤਣਾ ਪੈਂਦਾ ਹੈ। ਬਿਲਕੁਲ ਮੈਮ, ਇੱਕ ਚੀਜ਼ ਮੈਂ ਹੋਰ ਜਾਣਨਾ ਚਾਹੂੰਗੀ, ਤੁਹਾਨੂੰ ਯਾਦ ਹੋਣਾ ਹੈ ਕੇਰਲ ਦੇ ਵਿੱਚ ਰਨਵੇ ਦੇ ਉੱਪਰ 에ਅਰ ਇੰਡੀਆ ਦਾ ਜਹਾਜ਼ ਜਿਹੜਾ ਸੀ ਫਿਸਲ ਗਿਆ ਸੀ ਔਰ 21 ਲੋਕਾਂ ਦੀ ਮੌਤ ਹੋ ਗਈ ਸੀ। ਉਸ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਜਾਣਨਾ ਚਾਹਾਂਗੇ ਕਿ ਇਹ ਚੀਜ਼ਾਂ ਕਿਸ ਤਰੀਕੇ ਦੇ ਨਾਲ ਹੋ ਜਾਂਦੀਆਂ ਨੇ, ਜਾਂ ਫਿਰ ਕਿ ਪਾਇਲਟ ਜਿਹੜਾ ਹੈ ਉਹਨਾਂ ਤੋਂ ਕੰਟਰੋਲ ਨਹੀਂ ਕਰ ਪਾਉਂਦੇ, ਜਾਂ ਕੰਟਰੋਲ ਕਿਉਂ ਨਹੀਂ ਕਰ ਪਾਉਂਦੇ? ਨਹੀਂ ਮੈਮ, ਪਾਇਲਟਸ ਦੀ ਅਗਰ ਅਸੀਂ ਗੱਲ ਕਰੀਏ, ਅਸੀਂ ਉਹਨਾਂ ਦੀ ਕੈਪੇਬਿਲਿਟੀ ਤੇ ਬਿਲਕੁਲ ਡਾਊਟ ਨਹੀਂ ਕਰ ਸਕਦੇ। ਦੇਖੋ, ਸਾਨੂੰ ਬਹੁਤ ਸਿਮੂਲੇਟਰ ਸੈਸ਼ਨਸ ਦੇਣੇ ਪੈਂਦੇ ਆ ਤੇ ਟਾਈਮਲੀ ਟੈਸਟ ਵੀ ਦੇਣੇ ਪੈਂਦੇ ਆ, ਠੀਕ ਹੈ। ਤੇ there are lot of things, ਸਾਨੂੰ procedures, SOPs, there are lot of things that we follow। ਸਿਰਫ ਇਹ ਸਾਡੀ ਕਾਲ ਨਹੀਂ ਹੁੰਦੀ, it's some of lot of things। ਜੀ ਦੇਖੋ, ਸਿਮੂਲੇਟਰ 'ਚ ਅਗਰ ਅਸੀਂ ਗੱਲ ਕਰੀਏ, ਸਾਨੂੰ ਮਲਟੀਪਲ ਵਨ ਇੰਜਨ ਫੇਲਿਅਰ ਐਕਸੀਡੈਂਟ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ। ਹਰ ਇੱਕ ਸਿਚੁਏਸ਼ਨ ਦੀ ਸਾਨੂੰ ਸਿਮੂਲੇਟਰ 'ਚ ਪ੍ਰੈਕਟਿਸ ਕਰਵਾਈ ਜਾਂਦੀ ਹੈ। ਲੇਕਿਨ ਇੱਕ ਜਿਹੜਾ ਮੇਜਰ ਪਾਰਟ ਮਿਸਿੰਗ ਹੁੰਦਾ, ਉਹ ਕੀ ਹੁੰਦਾ ਹੈ ਕਿ ਸਾਈਕੋਲੋਜੀਕਲੀ ਇੱਕ ਤੁਸੀਂ ਪ੍ਰੋਬਲਮ 'ਚ ਹੋ ਤੇ ਇੱਕ ਸਿਮੂਲੇਟਰ 'ਚ ਹੋ, ਉਹ ਇੱਕ ਡਿਫਰੈਂਸ ਆਏਗਾ ਹੀ ਆਏਗਾ, ਰਾਈਟ। ਇੱਕ ਜਿਹੜਾ ਉਹ ਪਾਰਟ ਹੈ, ਆਈ ਗੈਸ ਦੈਟ ਇਜ਼ ਹਿਊਮਨ ਥਿੰਗ, ਉਹ ਸਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਅਸੀਂ ਬਿਫੋਰ ਬਲੇਮਿੰਗ ਪਾਇਲਟਸ, ਠੀਕ ਹੈ, ਪਾਇਲਟਸ ਪੂਰੇ ਐਫੀਸ਼ੀਐਂਟ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਟ੍ਰੇਨ ਕੀਤਾ ਜਾਂਦਾ, ਉਹਨਾਂ ਦੀ ਕੈਪੇਬਿਲਿਟੀ ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਜੀ। ਤੇ ਨਾ ਇਹ ਜਿਹੜੀ ਸਿਚੁਏਸ਼ਨ ਹੁੰਦੀ ਹੈ, ਇਹ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਸਾਈਕੋਲੋਜੀਕਲੀ ਹਾਊ ਵੀ ਪਰਫਾਰਮ, ਇਹ ਜ਼ਰੂਰੀ ਹੈ ਜੀ, ਠੀਕ ਹੈ। ਤੇ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਕੇਰਲਾ ਦੀ, ਠੀਕ ਹੈ, ਕੇਰਲਾ ਦੇਖੋ, ਅਗਰ ਅਸੀਂ ਕੇਰਲਾ ਦੀ ਬਾਇਓਗ੍ਰਾਫੀ ਦੇਖੀਏ, ਸੌਰੀ ਜਿਓਗ੍ਰਾਫੀ ਦੇਖੀਏ, ਠੀਕ ਹੈ, ਤੇ ਇਟਸ ਕੁਆਇਟ ਡਿਫਰੈਂਟ ਦੈਨ ਰੈਸਟ ਆਫ ਇੰਡੀਆ, ਠੀਕ ਹੈ। ਹੁਣ ਅਗਰ ਅਸੀਂ ਉੱਥੇ ਕਹੀਏ ਕਿ ਕੋਈ ਪਾਇਲਟ ਹੂ ਇਜ਼ ਫਲਾਈਂਗ 10,000 ਆਵਰਸ ਔਰ 11,000 ਆਵਰਸ, ਉਹ ਇਹ ਗਲਤੀ ਕਰਦੇ ਤੇ ਇਟਸ ਨਾਟ ਲਾਈਕ ਦੈਟ। ਉਸ ਟਾਈਮ ਤੇ ਸਮਟਾਈਮਸ ਆਰ ਡਿਸੀਜਨਸ, ਯੈਸ ਵੀ ਡੂ ਪੈਨਿਕ, ਠੀਕ ਹੈ, ਸਾਡੇ ਡਿਸੀਜਨਸ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਠੀਕ ਹੈ। ਬਾਕੀ ਜਿਹੜਾ ਤੁਸੀਂ ਕੇਰਲਾ ਦਾ ਐਕਸੀਡੈਂਟ ਦੱਸ ਰਹੇ ਹੋ, ਤੇ ਉਹਦੇ 'ਚ ਤਾਂ ਆਲਰੇਡੀ ਸਟੇਟਮੈਂਟਸ ਆਊਟ ਹੋ ਚੁੱਕੀਆਂ ਹੋਈਆਂ ਨੇ ਜੀ, ਉਹ ਮੈਂ ਜ਼ਿਆਦਾ ਉਸ ਤੇ ਕਮੈਂਟ ਨਹੀਂ ਕਰਨਾ ਚਾਹੁੰਦੀ, ਠੀਕ ਹੈ। ਬਾਕੀ ਇਹ ਹੈ ਕਿ ਜਿਹੜੇ ਅਸੀਂ ਕਹਿ ਲਓ ਕਿ ਹਿਊਮਨ ਐਰਰ ਕਰਕੇ ਜਿਹੜੇ ਐਕਸੀਡੈਂਟਸ ਵਨ, ਦੈਟਸ ਇੰਟਾਇਰਲੀ ਠੀਕ ਹੈ। ਕਿਉਂਕਿ ਮੈਮ ਜਦੋਂ ਵੀ ਕਿਸੇ ਫਲਾਈਟ ਨੇ ਫਲਾਈ ਕਰਨਾ ਹੁੰਦਾ ਹੈ ਦੂਜੇ ਫੋਰਨ ਕੰਟਰੀ ਦੇ ਵਿੱਚ, ਵਿਦੇਸ਼ 'ਚ ਜਾਣਾ ਹੁੰਦਾ, ਚਾਹੇ ਆਪਾਂ ਇਸੇ ਫਲਾਈਟ ਦੀ ਅਗਰ ਜ਼ਿਕਰ ਕਰ ਲਈਏ, ਲੰਡਨ ਜਾਣਾ ਸੀ, ਜਾਂਚ ਦਾ ਮੈਂ ਇੱਥੇ ਜਾਣਨਾ ਚਾਹੂੰਗੀ ਕਿ ਕਿਹੜੇ ਕਿਹੜੇ ਐਂਗਲ ਜਾਂ ਕਿਹੜੇ ਕਿਹੜੇ ਪਹਿਲੂਆਂ ਤੋਂ ਜਾਂਚ ਹੁੰਦੀ ਹੈ, ਕੀ ਕੁਝ ਜਹਾਜ਼ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾਂਦੀ ਹੈ ਉਡਾਨ ਭਰਨ ਤੋਂ ਪਹਿਲਾਂ? ਬਿਲਕੁਲ 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 ਦੇਖੋ ਮੈਮ, ਜਿਹੜੇ 에ਅਰਕ੍ਰਾਫਟ ਹੁੰਦੇ ਨੇ, 에ਅਰਕ੍ਰਾਫਟ ਜਦੋਂ ਇਹਨਾਂ ਦੀ ਡਿਜ਼ਾਈਨਿੰਗ ਵੀ ਕੀਤੀ ਜਾਂਦੀ ਹੈ ਨਾ, ਮੈਂ ਤੁਹਾਨੂੰ ਸ਼ੁਰੂ ਤੋਂ ਇੱਕ ਚੀਜ਼ ਸਮਝਾਉਂਦੀ ਹਾਂ, ਡਿਜ਼ਾਈਨਿੰਗ ਤੋਂ ਹੀ ਇਹਨਾਂ ਦੀ ਮਲਟੀਪਲ ਟੈਸਟਿੰਗ ਹੁੰਦੀ ਹੈ, ਠੀਕ ਹੈ। ਫਿਰ ਜਦੋਂ 에ਅਰਕ੍ਰਾਫਟ ਮੈਨੂਫੈਕਚਰ ਹੋ ਗਿਆ, ਫਿਰ ਵੱਖਰੀ ਟੈਸਟਿੰਗ ਹੋਏਗੀ, ਦੇयर ਲੋਟ ਆਫ ਡਿਫਰੈਂਟ ਲੈਵਲਸ ਆਫ ਟੈਸਟਿੰਗ ਜਿਹੜੀ 에ਅਰਕ੍ਰਾਫਟ ਦੀ ਕੀਤੀ ਜਾਂਦੀ ਹੈ। ਤੇ ਜਦੋਂ ਇੱਕ ਹਾਈਲੀ ਟੈਸਟਡ ਬੋਡੀ ਇੱਕ ਕੋਈ ਹਿਊਮਨ ਫਲਾਈ ਕਰਦਾ ਹੈ ਜੀ, ਠੀਕ ਹੈ, ਤੇ ਜ਼ਾਹਿਰ ਜਿਹੀ ਗੱਲਾਂ ਨੇ ਕਿ এনवायरमेंट ਜਿਹੜਾ ਸਾਡਾ ਵੈਦਰ ਹੈ, ਕਲਾਈਮੇਟ ਹੈ, ਹਰ ਚੀਜ਼ ਇੱਕ ਮੇਜਰ ਰੋਲ ਪਲੇ ਕਰਦਾ ਹੈ, ਰਾਈਟ। ਕਿ ਕਿਸ ਤਰ੍ਹਾਂ ਦੇ ਵਿੰਡਸ ਨੇ ਤੇ ਕਿਸ ਹਾਲਾਤਾਂ 'ਚ ਅਸੀਂ ਟੇਕ ਆਫ ਕਰ ਰਹੇ ਹਾਂ, ਲੈਂਡ ਕਰ ਰਹੇ ਹਾਂ, ਠੀਕ ਹੈ, ਉਹ ਹਰ ਚੀਜ਼ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਤੇ 에ਅਰਕ੍ਰਾਫਟ ਦੀ ਹਰ ਤਰ੍ਹਾਂ ਦੀ ਮੇਨਟੇਨੈਂਸ ਹੁੰਦੀ ਹੈ, ਬਿਫੋਰ ਫਲਾਈਟ ਚੈੱਕ ਕੀਤਾ ਜਾਂਦਾ, ਠੀਕ ਹੈ। ਤੇ ਦੋ ਤਰ੍ਹਾਂ ਦੀ ਮੇਨਟੇਨੈਂਸ ਹੁੰਦੀ ਹੈ, ਇੱਕ ਹੁੰਦੀ ਹੈ ਸ਼ੈਡਿਊਲਡ, ਇੱਕ ਹੁੰਦੀ ਹੈ ਅਨਸ਼ੈਡਿਊਲਡ ਜੀ। ਤੇ ਜਿਹੜੀ ਸ਼ੈਡਿਊਲਡ ਹੁੰਦੀ ਹੈ ਉਹ ਡਿਸਾਈਡ ਕੀਤੀ ਜਾਂਦੀ ਹੈ 400 to 600 ਆਵਰਸ ਤੱਕ, ਜਿਹੜਾ ਡੀਪਲੀ 에ਅਰਕ੍ਰਾਫਟ ਨੂੰ ਇੰਸਪੈਕਟ ਕੀਤਾ ਜਾਂਦਾ ਹੈ, ਰਿਪੇਅਰ ਕੀਤਾ ਜਾਂਦਾ ਹੈ ਇਫ देयर इज एनी ਫਾਲਟ। ਤੇ ਵੇਅਰ ਐਜ਼ ਜਿਹੜੀ ਅਨਸ਼ੈਡਿਊਲਡ ਹੁੰਦੀ ਹੈ, ਜਿਸ ਤਰ੍ਹਾਂ ਕੋਈ ਜਿਸ ਤਰ੍ਹਾਂ ਬਰਡ ਸਟ੍ਰਾਈਕ ਹੈ ਜਾਂ ਕੋਈ ਸਕ੍ਰੈਚ ਹੈ, ਕੋਈ ਡੈਂਟ ਹੈ, ਕੋਈ ਐਨੀਥਿੰਗ ਔਨ 에ਅਰਕ੍ਰਾਫਟ, ਉਹ ਛੋਟੇ ਮੋਟੇ ਰਿਪੇਅਰਸ ਲਈ ਬਿਫੋਰ ਫਲਾਈਟ 에ਅਰਕ੍ਰਾਫਟ ਚੈੱਕ ਕੀਤਾ ਜਾਂਦਾ ਹੈ, ਠੀਕ ਹੈ। ਤੇ ਉਸ ਚੀਜ਼ ਤੇ ਅਸੀਂ ਅਗਰ ਗੱਲ ਕਰੀਏ ਤੇ ਮੇਨਟੇਨੈਂਸ ਇੰਜੀਨੀਅਰਸ ਜਿਹੜੇ ਹੈ, ਦੇ ਆਰ ਹਾਈਲੀ ਸਕਿਲਡ ਫॉर दैट, ਦੇ ਹੈਵ ਲਾਇਸੈਂਸ ਟੂ ਰਿਪੇਅਰ ਐਂਡ ਚੈੱਕ ਦੀ 에ਅਰਕ੍ਰਾਫਟ, ਉਹਨਾਂ ਕੋਲ ਵੀ ਇੱਕ ਲਾਇਸੈਂਸ ਹੁੰਦਾ ਹੈ, ਤੇ ਉਹ ਵੀ ਆਫਟਰ ਐਕਸਪੀਰੀਅੰਸ ਐਂਡ ਆਫਟਰ ਗਿਵਿੰਗ ਮਲਟੀਪਲ ਅਟੈਂਪਟਸ ਉਹਨਾਂ ਨੂੰ ਮਿਲਦਾ ਹੈ।
उस चीज़ से कोई डाउट नहीं है। बिफोर जिस तरह हुण लंडन की फ्लाइट सीगी, बिफोर फ्लाइट ਇਹਦੀ ਵੀ ਪੂਰੀ ਇੰਸਪੈਕਸ਼ਨ ਹੋਈ ਹੋਣੀ ਹੈ ਬਿਫੋਰ ਫਲਾਈਟ। ਤੇ it's with every aircraft, it's not just particular to this incident, it's with every aircraft which is flying। ਬਿਲਕੁਲ ਨੇਹਾ ਜੀ, ਇੱਕ ਹੋਰ ਚੀਜ਼ ਮੈਂ ਇੱਥੇ ਤੁਹਾਡੇ ਤੋਂ ਜਾਣਨਾ ਚਾਹੂੰਗੀ, ਕਿਉਂਕਿ ਜਿਹੜਾ ਜਹਾਜ਼ ਸੀ ਇਸ ਦੀ ਜੋ ਫਿਊਲ ਦੀ ਕੈਪੈਸਿਟੀ ਸੀ 1,26,000 ਦੇ ਸਮਥਿੰਗ ਦੱਸੀ ਜਾ ਰਹੀ ਹੈ ਕਿ ਫਿਊਲ ਦੀ ਕਮੀ ਕਰਕੇ ਵੀ ਇਸ ਤਰ੍ਹਾਂ ਕ੍ਰੈਸ਼ ਹੋ ਸਕਦਾ ਹੈ, ਕੋਈ ਅੱਗ ਲੱਗ ਸਕਦੀ ਹੈ ਜਹਾਜ਼ ਨੂੰ, ਜਾਂ ਫਿਰ ਅੱਗ ਲੱਗਣ ਦੇ ਕਿਹੜੇ ਕਾਰਨ ਅਸੀਂ ਕਹਿ ਸਕਦੇ ਹਾਂ? मैम देयर आर मल्टीपल रीजनस, ठीक है। एक ਜਿਹੜਾ ਇੰਜਨ 'ਚ ਕੰਬਸ਼ਨ ਚੈਂਬਰ ਹੁੰਦਾ ਹੈ, ਠੀਕ ਹੈ, ਉਹਦੇ 'ਚ ਵੀ ਬਲਾਸਟ ਹੋ ਸਕਦਾ ਹੈ। ਆਈ ਮੀਨ ਬਹੁਤ ਟੈਕਨੀਕਲ ਚੀਜ਼ਾਂ ਨੇ ਜਿਨ੍ਹਾਂ ਨਾਲ ਇੰਜਨ ਫਾਇਰ ਦੀ ਪੋਸਿਬਿਲਿਟੀ ਹੁੰਦੀ ਹੈ। ਤੇ ਜੇ ਅਸੀਂ ਇਸ ਇੰਸੀਡੈਂਟ ਦੀ ਗੱਲ ਕਰੀਏ, ਐਜ਼ ਯੂ ਸੈਡ ਕਿ ਇੰਜਨ ਜਿਹੜਾ ਫੇਲ ਹੋਇਆ ਹੈ, ਫਿਊਲ ਹੈ ਕਿ ਨਹੀਂ ਹੈ। ਦੇਖੋ ਮੈਮ, ਜਿਹੜਾ ਫਿਊਲ ਹੈ ਨਾ ਉਹ ਪਾਇਲਟ ਕੈਲਕੂਲੇਟ ਕਰਕੇ ਚੱਲਦਾ ਹੈ, ਠੀਕ ਹੈ। ਕਿ ਅਸੀਂ ਫੋਰ ਐਗਜ਼ਾਮਪਲ ਪੁਆਇੰਟ A ਤੋਂ ਪੁਆਇੰਟ B ਜਾਣਾ ਹੈ ਜੀ। ਹੁਣ ਪੁਆਇੰਟ A ਤੋਂ B ਜਾਣ ਲਈ ਸਾਨੂੰ ਕਿੰਨਾ ਫਿਊਲ ਚਾਹੀਦਾ, ਪਲੱਸ ਅਗਰ ਰਸਤੇ 'ਚ ਕਿਤੇ ਕੁਝ ਮਿਸ ਹੈਪਨਿੰਗ ਹੋ ਜਾਂਦੀ ਹੈ, ਗੋਡ ਫੋਰਬਿਡ, ਤੇ ਅਸੀਂ ਇੱਕ ਆਲਟਰਨੇਟ ਐਰੋਡਰੋਮ ਤੇ ਲੈਂਡ ਕਰ ਸਕਦੇ ਹਾਂ, ਤੇ ਉਹਦੇ ਲਈ ਸਾਡੇ ਕੋਲ ਫਿਊਲ ਹੈਗਾ ਕਿ ਨਹੀਂ ਹੈਗਾ। ਹੁਣ ਉੱਥੇ ਲੈਂਡ ਕਰਨ ਲਈ ਜੇ ਸਾਡੇ ਕੋਲ ਪਰਮਿਸ਼ਨ ਨਹੀਂ ਹੈਗੀ, ਤੇ ਕਿ 에ਅਰਕ੍ਰਾਫਟ ਹੋਲਡ ਕਰਨ ਲਈ ਸਾਡੇ ਕੋਲ ਫਿਊਲ ਹੈਗਾ ਕਿ ਨਹੀਂ ਹੈਗਾ। ਤੇ ਫਿਊਲ ਦੀ ਜੇ ਮੈਂ ਗੱਲ ਕਰਾਂ, ਇਟ ਇਜ਼ ਅ ਪੋਸਿਬਿਲਿਟੀ, ਬਟ ਟੇਕ ਆਫ ਦੇ ਟਾਈਮ ਤੇ ਜਿਹੜਾ ਇਹ ਐਕਸੀਡੈਂਟ ਹੈ, ਟੇਕ ਆਫ ਦੇ ਟਾਈਮ ਤੇ ਫਿਊਲ ਮੈਮ ਖਤਮ ਨਹੀਂ ਹੋ ਸਕਦਾ, ਠੀਕ ਹੈ। obviously they are not even mid of the journey, or they are over their destination, so there is no possibility, I believe। ਬਿਲਕੁਲ, ਕਿਉਂਕਿ ਅਸੀਂ ਜੀ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਕਈ ਵਾਰ ਵੀਡੀਓਜ਼ ਦੇਖਦੇ ਹਾਂ ਕਿ ਜਹਾਜ਼ ਦੇ ਜੋ ਵਿੰਗਸ ਹੁੰਦੇ ਨੇ, ਕਈ ਵਾਰ ਉਹਨਾਂ ਨੂੰ ਅੱਗ ਲੱਗੀ ਹੁੰਦੀ ਹੈ, ਜਾਂ ਫਿਰ ਕਈ ਵਾਰ ਚੰਗਿਆੜੇ ਜਿਹੜੇ ਨਿਕਲਦੇ, ਉਹ ਵੀ ਕਾਫੀ ਆਪਾਂ ਸੋਸ਼ਲ ਮੀਡੀਆ ਤੇ ਚੀਜ਼ਾਂ ਦੇਖਦੇ ਨੇ। ਉਹ ਸਭ ਕਿਵੇਂ ਹੁੰਦਾ ਹੈ, ਉਹ ਵੀ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਉਹ ਕਿਵੇਂ ਇੱਕ ਜਹਾਜ਼ ਜਿਹੜਾ ਪਹਿਲਾਂ ਹੀ ਤੋਂ ਫਲਾਈ ਕਰ ਰਿਹਾ ਹੈ, ਉੱਡ ਰਿਹਾ ਹੈ, ਫਿਰ ਅੱਗ ਲੱਗਦੀ ਹੈ, ਜਾਂ ਫਿਰ ਚੰਗਿਆੜੇ ਜਿਹੜੇ ਅਚਾਨਕ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਓਕੇ ਮੈਮ, ਦੇਖੋ ਇੰਜਨ ਜਿਹੜਾ ਹੈ ਨਾ, ਇਹ ਡਿਪੈਂਡ ਕਰਦਾ ਸੀ ਕਿਹੜੇ ਇੰਜਨ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਜਿਹੜਾ ਅਸੀਂ ਮੋਸਟਲੀ ਯੂਜ਼ ਕਰ ਰਹੇ ਉਹ ਹੈ ਜੈਟ ਇੰਜਨ, ਠੀਕ। ਤੇ ਇਸ ਇੰਜਨ 'ਚ ਦੋ ਚੀਜ਼ਾਂ ਨੇ, ਇੱਕ ਫਿਊਲ ਹੈ, ਇੱਕ ਆਇਲ ਹੈ, ਤੇ ਦੋਨੋਂ ਫਲੇਮੇਬਲ ਹੈ। ਫਲੇਮੇਬਲ ਮਤਲਬ ਜਿਨ੍ਹਾਂ ਨੂੰ ਅੱਗ ਲੱਗ ਸਕਦੀ ਹੈ, ਜੀ ਜੀ, ਠੀਕ ਹੈ। ਉਹ ਜਿਹੜਾ ਇੱਕ ਹੌਟ ਫਿਊਲ ਹੈ, ਅਗਰ ਉਹ ਕਿਸੇ ਹੌਟ ਇੰਜਨ ਸਰਫੇਸ ਦੇ ਕੰਟੈਕਟ 'ਚ ਆ ਗਿਆ, ਠੀਕ ਹੈ, ਤੇ ਉਹ ਐਕਸਪਲੋਜਨ ਹੋਣ ਦੇ ਬਿਲਕੁਲ ਚਾਂਸਸ ਨੇ, ਰਾਈਟ, ਠੀਕ ਹੈ। ਦਿਸ ਇਜ਼ ਵਨ ਆਫ ਅ ਰੀਜ਼ਨ। ਸੋ ਇੱਦਾਂ ਬਹੁਤ ਮਲਟੀਪਲ ਰੀਜ਼ਨਸ ਨੇ ਜਿਨ੍ਹਾਂ ਨਾਲ ਵਾਟ ਵੀ ਸੇ ਇੰਜਨ ਫਾਇਰ ਹੁੰਦੀ ਹੈ ਜੀ। ਠੀਕ ਹੈ, ਮੇਰਾ ਲਾਸਟ ਸਵਾਲ ਹੈ ਨੇਹਾ ਜੀ, ਐਵੀਏਸ਼ਨ ਇੰਡਸਟਰੀ ਦੇ ਉੱਪਰ ਕੀ ਪ੍ਰਭਾਵ ਪਵੇਗਾ ਇਸ ਤਰੀਕੇ ਦੇ ਨਾਲ? ਕੀ ਲੱਗਦਾ ਹੈ ਕਿ ਕਿਸ ਚੀਜ਼ਾਂ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਜਾਂ ਫਿਰ ਆਪਾਂ ਅਦਰ ਕੰਟਰੀਜ਼ ਦੀ ਗੱਲ ਕਰ ਲਈਏ ਤਾਂ ਅਦਰ ਕੰਟਰੀਜ਼ ਨੂੰ ਅਗਰ ਅਸੀਂ ਇੰਡੀਆ ਦੇ ਨਾਲ ਹੀ ਕੰਪੇਅਰ ਕਰਨਾ ਹੋਵੇ ਐਵੀਏਸ਼ਨ ਇੰਡਸਟਰੀ ਦੇ ਵਿੱਚ, ਕੀ ਲੱਗਦਾ ਹੈ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਇੰਪੈਕਟ ਪੈ ਸਕਦਾ ਹੈ? ਮੈਮ ਓਬਵੀਅਸਲੀ ਇੰਪੈਕਟ ਤਾਂ ਹੋਏਗਾ, ਠੀਕ ਹੈ। ਤੇ ਜਿਹੜੇ ਕਮਿੰਗ ਪਾਇਲਟਸ ਨੇ, ਅਪਕਮਿੰਗ ਪਾਇਲਟਸ ਨੇ, ਠੀਕ ਹੈ, ਉਹਨਾਂ ਵਿੱਚ ਵੀ ਇੱਕ ਇੱਕ ਇੰਡਸਟਰੀ ਨੂੰ ਲੈ ਕੇ ਹਰ ਕਿਸੇ ਦੇ ਮਨ 'ਚ ਹੁੰਦਾ ਕਿ ਇਹ ਇੰਡਸਟਰੀ ਮੇਰੇ ਲਈ ਸੇਫ ਹੈ ਕਿ ਨਹੀਂ ਹੈ। ਪੇਰੈਂਟਸ ਦੇ ਮਨ ਵਿੱਚ ਵੀ ਹੁੰਦਾ ਹੈ। ਤੇ ਪਿਛਲੇ 2 ਸਾਲਾਂ 'ਚ ਅਸੀਂ ਨਾ ਬਹੁਤ ਰਾਈਜ਼ ਦੇਖਿਆ ਸੀਗਾ ਪਾਇਲਟਸ ਵਿੱਚ, ਤੇ ਐਂਡ ਵੀ ਵਰ ਹੈਪੀ ਅਬਾਊਟ ਇਟ ਕਿ ਚੰਗੀ ਗੱਲ ਹੈ ਕਿ ਸਾਡੀ ਇੰਡਸਟਰੀ, ਨਵੇਂ 에ਅਰਪੋਰਟਸ ਆ ਰਹੇ ਨੇ, ਨਿਊ 에ਅਰਲਾਈਨਸ ਆਰ ਕਮਿੰਗ ਅਪ, ਲੋਟ ਆਫ ਥਿੰਗਸ ਆਰ ਹੈਪਨਿੰਗ, 에ਅਰਲਾਈਨਸ ਆਰ ਪ੍ਰੋਗਰੈਸਿੰਗ, ਨਿਊ 에ਅਰਕ੍ਰਾਫਟਸ ਆਰ ਕਮਿੰਗ ਅਪ। ਤੇ ਬਟ ਇਹ ਇੱਕ 787 ਡ੍ਰੀਮ ਲਾਈਨਰ ਵਰਗੇ 에ਅਰਕ੍ਰਾਫਟ ਨਾਲ ਇਸ ਤਰ੍ਹਾਂ ਦਾ ਹਾਦਸਾ ਹੋਣਾ ਜੋ ਪਹਿਲਾਂ ਕਦੇ ਵੀ ਨਹੀਂ ਹੋਇਆ ਜੀ, ਠੀਕ ਹੈ। ਤਾਂ ਇੱਕ ਇੰਪੈਕਟ ਮੈਨੂਫੈਕਚਰਿੰਗ ਕੰਪਨੀ ਹੈ ਬੋਇੰਗ, ਠੀਕ ਹੈ, ਉਹਨਾਂ ਦੇ ਬਿਜ਼ਨਸ ਤੇ ਵੀ ਪਾਏਗਾ, ਓਬਵੀਅਸ ਜੀ ਗੱਲ ਹੈ, ਠੀਕ ਹੈ। ਫਲਾਈਂਗ ਤੇ ਪਾਏਗਾ, ਓਬਵੀਅਸ ਜੀ ਗੱਲ ਹੈ। ਸਾਡੇ ਰੂਲਸ ਐਂਡ ਰੈਗੂਲੇਸ਼ਨਸ 'ਚ ਸਵਾਲ ਖੜੇ ਕਰੇਗਾ, ਓਬਵੀਅਸ ਜੀ ਗੱਲ ਹੈ, ਠੀਕ ਹੈ। ਕੁਝ ਅਮੈਂਡਮੈਂਟਸ ਦੀ ਲੋੜ ਹੈ, ਕੀਤੀਆਂ ਜਾਂ ਨਾ ਕੀਤੀਆਂ ਜਾਣ ਉਹ ਵੀ ਤੇ ਟਾਈਮ ਪਤਾ ਲੱਗੇਗਾ ਜੀ। ਸੋ ਇੰਪੈਕਟ ਹਰ ਚੀਜ਼ ਤੇ ਹੈ ਮੈਮ, ਇਹ ਇੰਪੈਕਟ ਬਹੁਤ ਜਿਹਨੂੰ ਕਹਿ ਲਓ ਕਿ ਲੌਂਗ ਟਰਮ ਲਈ ਹੋਏਗਾ, ਬਿਲਕੁਲ। ਐਂਡ ਓਬਵੀਅਸ ਹੈ ਮੈਮ, ਹਰ ਚੀਜ਼ ਤੇ ਇੰਪੈਕਟ ਹੈ। ਜੋ ਇਸ ਇੰਡਸਟਰੀ ਦਾ ਹਿੱਸਾ ਹੈ ਨਾ, ਉਹ हर किसी लिए इम्पैक्ट है। किडनी फेल, लीवर फेल, कैंसर या हार्ट की प्रॉब्लम, ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता। तो आयुर्वेद को अपनाओ, बीमारी की जड़ पर काम करो। 73504 73504